ਭਾਗ ਪਹਿਲਾ ਬਚਪਨ। ਇੱਕ ਓੰਕਾਰ ਸਤਿਗੁਰ ਪ੍ਰਸਾਦ। ਸਾਡੇ ਘਰ ਦੇ ਸਾਹਮਣੇ ਇੱਕ ਥੜਾ ਸੀ ਜਿੱਥੇ ਬੈਠ ਕੇ ਮੇਰੇ ਪਿਤਾ ਜੀ ਹੋਮਿਓਪੈਥਿਕ ਦੀਆਂ ਦਵਾਈਆਂ ਦਿੰਦੇ ਸਨ। ਕਦੇ-ਕਦੇ ਉੱਥੇ ਸਾਧੂ ਸੰਤ ਆ ਕੇ ਗੀਤਾ ਅਤੇ ਰਾਮਾਇਣ ਦਾ ਪ੍ਰਚਾਰ ਕਰਦੇ। ਪਿੰਡ ਦੇ ਲੋਕ ਬੜੇ ਸ਼ਰਧਾਲੂ ਸਨ ਅਤੇ ਬੜੇ ਪ੍ਰੇਮ ਨਾਲ ਕਥਾ ਸੁਣਦੇ। ਮੈਨੂੰ ਵੀ ਬਹੁਤ ਸ਼ੌਂਕ ਸੀ, ਮੈਂ ਵੀ ਪ੍ਰੇਮ ਨਾਲ ਸੁਣਦਾ। ਇੱਕ ਦਿਨ ਮੈਂ ਖੇਡਦਾ ਬਾਹਰੋਂ ਆਇਆ ਤਾਂ ਦੇਖਿਆ ਕੁਝ ਬੀਬੀਆਂ ਤੇ ਮੇਰੀ ਮਾਤਾ ਜੀ ਖੂਹ ਤੇ ਕੱਪੜੇ ਧੋ ਰਹੀਆਂ ਹਨ। ਕੱਪੜਿਆਂ ਨੂੰ ਸਾਬਣ ਲਾ ਕੇ ਥਾਪੀ ਨਾਲ ਜ਼ੋਰ-ਜ਼ੋਰ ਦੀ ਕੁੱਟਦੀਆਂ ਸਨ। ਮੈਂ ਹੈਰਾਨ ਹੋ ਕੇ ਆਪਣੀ ਮਾਤਾ ਜੀ ਨੂੰ ਪੁੱਛਿਆ, ਤੁਸੀਂ ਇਸ ਤਰ੍ਹਾਂ ਕੱਪੜਿਆਂ ਨੂੰ ਕਿਉਂ ਕੁੱਟ ਰਹੇ ਹੋ? ਕੱਪੜਿਆਂ ਨੂੰ ਬਹੁਤ ਮੈਲ ਲੱਗੀ ਹੋਈ ਏ, ਇਸ ਕਰਕੇ ਇਹਨਾਂ ਨੂੰ ਕੁੱਟ ਰਹੀ ਹਾਂ। ਮਾਤਾ ਜੀ ਨੇ ਜਵਾਬ ਦਿੱਤਾ ਅਤੇ ਮੈਨੂੰ ਉਪਦੇਸ਼ ਦਿੰਦਿਆਂ ਕਿਹਾ, ਜਿਹੜੇ ਇਨਸਾਨ ਇਸ ਧਰਤੀ ਤੇ ਜਨਮ ਲੈਂਦੇ ਹਨ ਅਤੇ ਪਰਮਾਤਮਾ ਦਾ ਸਿਮਰਨ ਨਹੀਂ ਕਰਦੇ, ਉਹਨਾਂ ਨੂੰ ਇਸੇ ਤਰ੍ਹਾਂ ਜਮਾਂ ਦੀ ਮਾਰ ਪੈਂਦੀ ਹੈ। ਅਗਰ ਤੂੰ ਵੀ ਰਾਮ ਦਾ ਸਿਮਰਨ ਨਹੀਂ ਕਰੇਗਾ ਤਾਂ ਤੈਨੂੰ ਵੀ ਇਸੇ ਤਰ੍ਹਾਂ ਮਾਰ ਪਵੇਗੀ। ਇਹ ਸੁਣ ਕੇ ਮੈਂ ਡਰ ਗਿਆ ਤੇ ਉਸੇ ਵੇਲੇ ਹਰੇ ਰਾਮਾ ਦਾ ਸਿਮਰਨ ਕਰਨ ਲੱਗ ਪਿਆ। ਸਿਮਰਨ ਕਰਦਿਆਂ ਬਹੁਤ ਆਨੰਦ ਆਇਆ, ਮਨ ਨੂੰ ਬਹੁਤ ਸ਼ਾਂਤੀ ਮਿਲੀ। ਇਸ ਤਰ੍ਹਾਂ ਲੱਗਿਆ ਕਿ ਪਿਛਲੇ ਕਰਮ ਜਾਗੇ ਹਨ। ਉਸ ਵੇਲੇ ਮੇਰੀ ਉਮਰ 6 ਸਾਲ ਦੀ ਸੀ। ਬੱਚੇ ਦਾ ਪਹਿਲਾ ਗੁਰੂ ਮਾਪੇ ਹੀ ਹੁੰਦੇ ਹਨ, ਮਾਂ ਹੀ ਬੱਚੇ ਨੂੰ ਪਹਿਲਾ ਗਿਆਨ ਦਿੰਦੀ ਹੈ। ਜਦੋਂ ਮੇਰੀ ਉਮਰ 8 ਸਾਲ ਦੀ ਸੀ, ਬਾਬਾ ਰਤਨਦਾਸ ਕੋਲੋਂ ਕਥਾ ਸੁਣੀ। ਉਹਨਾਂ ਨੇ ਦੱਸਿਆ, ਹਿੰਦੂ ਧਰਮ ਦੇ ਅਨੁਸਾਰ 84 ਲੱਖ ਜੂਨਾਂ ਹਨ। ਅਗਰ ਇਨਸਾਨ ਰਾਮ ਦਾ ਨਾਮ ਨਹੀਂ ਲੈਂਦਾ ਤਾਂ ਉਸਨੂੰ 84 ਲੱਖ ਜੂਨਾਂ ਦਾ ਦੁੱਖ ਭੋਗਣਾ ਪੈਂਦਾ ਹੈ। ਅਗਰ ਇੱਕ ਵਾਰੀ 84 ਲੱਖ ਜੂਨਾਂ ਦੇ ਚੱਕਰ ਵਿੱਚ ਚਲਾ ਜਾਵੇ ਤਾਂ ਉੱਥੋਂ ਨਿਕਲਣ ਵਾਸਤੇ ਕਰੋੜਾਂ ਸਾਲ ਲੱਗ ਜਾਂਦੇ ਹਨ। ਜਿਸ ਤਰ੍ਹਾਂ ਕਾਂ ਤੇ ਸੱਪ ਦੀ ਉਮਰ ਬਹੁਤ ਲੰਬੀ ਹੁੰਦੀ ਹੈ, 84 ਲੱਖ ਜੂਨਾਂ ਵਿੱਚ ਦੁੱਖ ਹੀ ਦੁੱਖ ਹਨ, ਸੁੱਖ ਕਿਤੇ ਨਹੀਂ। ਜਿਹੜੇ ਅੱਜਕੱਲ ਦੁਨੀਆ ਤੇ ਰਾਜ ਕਰਦੇ ਹਨ, ਉਹਨਾਂ ਨੇ ਆਪਣੇ ਪਿਛਲੇ ਜਨਮਾਂ ਵਿੱਚ ਜ਼ਰੂਰ ਚੰਗੇ ਕੰਮ ਕੀਤੇ ਹੋਣਗੇ। ਪਾਠ ਪੂਜਾ, ਦਾਨ ਪੁੰਨ ਤੇ ਤੀਰਥ ਯਾਤਰਾ ਆਦਿ ਦੇ ਫਲ ਕਰਕੇ ਇਹਨਾਂ ਨੂੰ ਇਸ ਜਨਮ ਵਿੱਚ ਰਾਜ ਮਿਲਿਆ ਹੈ। ਰਾਜ ਦੇ ਨਸ਼ੇ ਵਿੱਚ ਆ ਕੇ ਇਹ ਪਰਮਾਤਮਾ ਨੂੰ ਭੁੱਲ ਗਏ ਤੇ ਮਾੜੇ ਕਰਮ ਕਰਕੇ ਨਰਕਾਂ ਨੂੰ ਚਲੇ ਜਾਂਦੇ ਹਨ। ਜੇ ਪ੍ਰਾਣੀ 24 ਘੰਟੇ ਪਰਮਾਤਮਾ ਦਾ ਸਿਮਰਨ ਕਰੇ ਤਾਂ ਉਸ ਨੂੰ ਮੁਕਤੀ ਪ੍ਰਾਪਤ ਹੋ ਸਕਦੀ ਹੈ। ਇਹ ਸੁਣ ਕੇ ਮੇਰੇ ਮਨ ਤੇ ਬਹੁਤ ਅਸਰ ਹੋਇਆ ਤੇ ਸੋਚਿਆ, ਮੈਂ ਵੀ ਗੀਤਾ ਤੇ ਰਾਮਾਇਣ ਦਾ ਪਾਠ ਕਰਦਾ ਹਾਂ। ਇਸ ਕਰਕੇ ਜੇ ਅਗਲਾ ਜਨਮ ਰਾਜੇ ਦੇ ਘਰ ਹੋ ਗਿਆ ਤਾਂ ਮੈਂ ਵੀ ਨਰਕਾਂ ਨੂੰ ਜਾਵਾਂਗਾ। ਕਿਉਂ ਨਾ ਮੈਂ ਇਸ ਜਨਮ ਵਿੱਚ ਭਗਤੀ ਕਰਕੇ ਮੁਕਤੀ ਪ੍ਰਾਪਤ ਕਰਾਂ। ਬਾਬਾ ਜੀ ਦੇ ਕਹਿਣ ਦਾ ਮਤਲਬ ਸੀ ਕਿ ਤੁਸੀਂ ਨਾਮ ਜਪੋ ਤੇ ਆਪਣਾ ਜਨਮ ਸਫਲ ਕਰੋ। ਸਿਮਰਨ ਕਰਨਾ ਬਹੁਤ ਹੀ ਜ਼ਰੂਰੀ ਹੈ। ਜਦੋਂ ਮੇਰੀ ਉਮਰ 9 ਕੁ ਸਾਲ ਦੀ ਸੀ ਤਾਂ ਮੈਂ ਇੱਕ ਦਿਨ ਕਿਤਾਬਾਂ ਲੈਣ ਵਾਸਤੇ ਅਲੀਗੜ੍ਹ ਸ਼ਹਿਰ ਗਿਆ, ਜਿਹੜਾ ਕਿ ਸਾਡੇ ਪਿੰਡ ਤੋਂ 1.5 ਕੁ ਮੀਲ ਦੂਰ ਹੈ। ਸ਼ਹਿਰ ਅੰਦਰ ਦਾਖਲ ਹੁੰਦਿਆਂ ਕੀ ਦੇਖਿਆ ਕਿ ਇੱਕ ਰੇੜਾ ਸਾਮਾਨ ਨਾਲ ਹੱਦ ਤੋਂ ਜ਼ਿਆਦਾ ਲੱਦਿਆ ਹੋਇਆ ਸੀ। ਘੋੜੇ ਦੀਆਂ ਅੱਖਾਂ ਤੇ ਖੋਪੇ ਲਾਏ ਹੋਏ ਸਨ ਅਤੇ ਉਹ ਵਿਚਾਰਾ ਬੜੀ ਮੁਸ਼ਕਿਲ ਨਾਲ ਰੇੜਾ ਖਿੱਚ ਰਿਹਾ ਸੀ। ਜਦੋਂ ਘੋੜਾ ਹੌਲੀ ਤੁਰਦਾ ਤਾਂ ਮਾਲਕ ਸੋਟੀ ਨਾਲ ਕੁੱਟਦਾ ਸੀ। ਇਹ ਦੇਖ ਕੇ ਮਨ ਬਹੁਤ ਉਦਾਸ ਹੋਇਆ ਕਿ ਇਹ ਬੇਜ਼ੁਬਾਨ ਕੁਝ ਕਹਿ ਨਹੀਂ ਸਕਦਾ, ਆਪਣਾ ਦੁੱਖ ਦੱਸ ਨਹੀਂ ਸਕਦਾ, ਆਪਣੀ ਸਜ਼ਾ ਭੋਗ ਰਿਹਾ ਹੈ। ਕਿਤਾਬਾਂ ਲੈ ਕੇ ਵਾਪਸ ਅੱਡੇ ਤੇ ਆਇਆ ਤਾਂ ਜਿਸ ਟਾਂਗੇ ਵਿੱਚ ਆਇਆ ਸੀ ਉਹ ਅੱਡੇ ਤੇ ਖੜਾ ਅਤੇ ਰੇੜੇ ਵਾਂਗੂ ਹੀ ਲੱਦਿਆ ਹੋਇਆ ਸੀ। ਸਾਰਿਆਂ ਨੇ ਸ਼ਹਿਰ ਆ ਕੇ ਸਾਮਾਨ ਖਰੀਦਿਆ, ਭਾਰ ਦੁੱਗਣੇ ਤੋਂ ਵੀ ਜ਼ਿਆਦਾ ਹੋ ਗਿਆ। ਮਾਲਕ ਨੇ ਸਭ ਨੂੰ ਸਮਾਨ ਸਮੇਤ ਬਿਠਾ ਲਿਆ। ਉਸ ਨੂੰ ਕੋਈ ਦਰਦ ਮਹਿਸੂਸ ਨਹੀਂ ਹੋਇਆ ਕਿ ਘੋੜਾ ਵਿਚਾਰਾ ਇੰਨਾ ਭਾਰ ਕਿਸ ਤਰ੍ਹਾਂ ਖਿੱਚੇਗਾ। ਜਦੋਂ ਘੋੜਾ ਹੌਲੀ ਹੋ ਜਾਂਦਾ ਤਾਂ ਮਾਲਕ ਚਮੜੇ ਵਾਲੀ ਸੋਟੀ ਨਾਲ ਮਾਰਦਾ ਸੀ। ਘੋੜੇ ਦੀ ਪਿੱਠ ਤੇ ਜ਼ਖਮ ਹੋਏ ਸਨ, ਉਹ ਵਾਰ-ਵਾਰ ਉੱਥੇ ਹੀ ਮਾਰਦਾ ਸੀ ਕਿ ਘੋੜਾ ਤੇਜ਼ ਦੌੜੇ। ਮੈਂ ਹਰ ਰੋਜ਼ ਸਕੂਲ ਤੋਂ ਅੱਧੀ ਛੁੱਟੀ ਵੇਲੇ ਨੌਕਰ ਵਾਸਤੇ ਖਾਣਾ ਲੈ ਕੇ ਖੂਹ ਤੇ ਜਾਇਆ ਕਰਦਾ ਸੀ। ਇਸ ਦਿਨ ਦੁਪਹਿਰ ਦਾ ਖਾਣਾ ਮੈਂ ਥੋੜਾ ਜਲਦੀ ਲੈ ਗਿਆ ਤਾਂ ਦੇਖਿਆ ਨੌਕਰ ਹਲ ਵਾਹੁੰਦਾ ਬਲਦਾਂ ਨੂੰ ਸੋਟੀ ਨਾਲ ਜ਼ੋਰ-ਜ਼ੋਰ ਦੀ ਕੁੱਟਦਾ ਤੇ ਗਾਲਾਂ ਕੱਢਦਾ ਸੀ। ਸੋਟੀ ਦੇ ਇੱਕ ਪਾਸੇ ਮੇਖ ਲੱਗੀ ਹੋਈ ਸੀ। ਜਦੋਂ ਬਲਦ ਜ਼ਿਆਦਾ ਅੜੀ ਕਰਦੇ ਤਾਂ ਉਹ ਮੇਖ ਵਾਲਾ ਪਾਸਾ ਬਲਦਾਂ ਦੇ ਖੋਭ ਦਿੰਦਾ ਸੀ। ਇਸ ਪੀੜ ਦੇ ਨਾਲ ਉਹ ਤੇਜ਼ ਤੁਰਦੇ ਸਨ, ਜਿਸ ਨੂੰ ਦੇਖ ਕੇ ਮੇਰਾ ਮਨ ਬਹੁਤ ਦੁਖੀ ਹੋਇਆ ਕਿ ਅਗਰ ਮੈਂ ਭਗਤੀ ਨਹੀਂ ਕੀਤੀ ਤਾਂ ਮੇਰੀ ਵੀ ਐਸੀ ਹੀ ਹਾਲਤ ਹੋਵੇਗੀ। ਸ਼ਾਮ ਨੂੰ ਨੌਕਰ ਬਲਦਾਂ ਨੂੰ ਪਾਣੀ ਪਿਲਾ ਕੇ ਘਰ ਛੱਡ ਗਿਆ। ਮੈਂ ਦੇਖਿਆ ਬਲਦਾਂ ਵਿਚਾਰਿਆਂ ਦੀ ਪਿੱਠ ਤੋਂ ਖੂਨ ਨਿਕਲ ਰਿਹਾ ਸੀ। ਉੱਪਰ ਮੱਖੀਆਂ ਬੈਠੀਆਂ ਖੂਨ ਚੂਸ ਰਹੀਆਂ ਸਨ। ਉਹ ਬਾਰ-ਬਾਰ ਆਪਣੀਆਂ ਪੂੰਛਾਂ ਹਿਲਾ ਕੇ ਮੱਖੀਆਂ ਉਡਾਉਣ ਦੀ ਕੋਸ਼ਿਸ਼ ਕਰ ਰਹੇ ਸਨ। ਸੋ ਕਤ ਜਾਣੈ ਪੀਰ ਪਰਾਈ,
ਜਾ ਕੈ ਅੰਤਰ ਦਰਦ ਨਾ ਪਾਈ। ਰਾਗ ਸੂਹੀ ਪੰਨਾ ਨੰਬਰ 793। ਇਨਸਾਨ ਦਾ ਦਰਦ ਨਹੀਂ ਪਹਿਚਾਨ ਸਕਦਾ, ਪਰ ਇਹ ਤਾਂ ਵਿਚਾਰੇ ਬੇਜ਼ੁਬਾਨ ਹਨ। ਇਹ ਆਪਣਾ ਦੁੱਖ ਕਿਸੇ ਨੂੰ ਦੱਸ ਨਹੀਂ ਸਕਦੇ। ਇਹਨਾਂ ਨੂੰ ਪਹਿਲਾਂ ਇਨਸਾਨ ਦੀ ਜੂਨ ਮਿਲੀ, ਪਰ ਮਾੜੇ ਕਰਮਾਂ ਦੇ ਫਲ ਕਰਕੇ ਪਸ਼ੂ ਜੂਨ ਵਿੱਚ ਚਲੇ ਗਏ। ਇਹ ਦੇਖ ਕੇ ਮੈਨੂੰ ਬੜਾ ਵੈਰਾਗ ਆਇਆ। ਮੇਰੀਆਂ ਅੱਖਾਂ ਵਿੱਚੋਂ ਪਾਣੀ ਵਹਿਣ ਲੱਗਾ। ਮੇਰਾ ਕੰਮ ਉਹਨਾਂ ਨੂੰ ਪੱਠੇ ਪਾਉਣਾ ਸੀ। ਮੈਂ ਇੱਕ ਟੋਕਰਾ ਤੂੜੀ ਦਾ ਪਾਇਆ ਤਾਂ ਮੇਰੇ ਮਨ ਵਿੱਚ ਵਿਚਾਰ ਪੈਦਾ ਹੋਇਆ ਕਿ ਇਹਨਾਂ ਬਲਦਾਂ ਵਿਚਾਰਿਆਂ ਨੂੰ ਸਾਰਾ ਦਿਨ ਸਖਤ ਮਿਹਨਤ ਦੇ ਬਾਵਜੂਦ ਵੀ ਤੂੜੀ ਹੀ ਖਾਣ ਨੂੰ ਮਿਲਦੀ ਹੈ ਅਤੇ ਇੱਕ ਵਾਰੀ ਪਾਣੀ ਪੀਣ ਨੂੰ ਮਿਲਦਾ ਹੈ। ਹੇ ਇਨਸਾਨ, ਪਰਮਾਤਮਾ ਨੇ ਤੈਨੂੰ ਖਾਣ ਅਤੇ ਪਹਿਨਣ ਵਾਸਤੇ ਬੇਅੰਤ ਪਦਾਰਥ ਦਿੱਤੇ ਹਨ, ਪਰ ਤੂੰ ਪਰਮਾਤਮਾ ਨੂੰ ਚੇਤੇ ਨਹੀਂ ਰੱਖਦਾ, ਸਿਰਫ ਦੁੱਖ ਵੇਲੇ ਹੀ ਚੇਤੇ ਕਰਦਾ ਹੈ। ਸੋ ਐਸੀ ਮਾਰ, ਡਰਾਉਣੀ ਤੇ ਭਿਆਨਕ ਦਸ਼ਾ ਤੋਂ ਬਚਣ ਲਈ ਹਰ ਪ੍ਰਾਣੀ ਨੂੰ ਘੱਟ ਤੋਂ ਘੱਟ ਹਰ ਰੋਜ਼ 5 ਮਿੰਟ ਸਿਮਰਨ ਆਰੰਭ ਕਰ ਦੇਣਾ ਚਾਹੀਦਾ ਹੈ। ਸਤਿਗੁਰੂ ਜੀ ਖੁਸ਼ ਹੋ ਕੇ ਇਸ 5 ਮਿੰਟ ਦੇ ਜਾਪ ਨੂੰ 5 ਘੰਟੇ ਤੱਕ ਜਾਪ ਕਰਨ ਦੀ ਬਖਸ਼ਿਸ਼ ਕਰ ਦਿਆ ਕਰਦੇ ਹਨ। ਬਸ ਸ਼ੁਰੂ ਕਰਨ ਦੀ ਲੋੜ ਹੈ। ਭਗਤ ਕਬੀਰ ਜੀ ਇਸ ਸ਼ਲੋਕ ਵਿੱਚ ਫਰਮਾਉਂਦੇ ਹਨ, ਕਬੀਰ ਏਕ ਘੜੀ ਆਦਿ ਕਰੀ, ਆਦਿ ਹੂੰ ਤੇ ਆਦ, ਭਗਤਨ ਸੇਤੀ ਗੋਸ਼ਟੇ, ਜੋ ਕੀਨੋ ਸੋ ਲਾਭ। ਸ਼ਲੋਕ ਭਗਤ ਕਬੀਰ ਜੀ ਪੰਨਾ ਨੰਬਰ 1377। ਜਦੋਂ ਮੈਂ ਸਿੱਖੀ ਸਰੂਪ ਵਿੱਚ ਆਇਆ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਦਰਸ਼ਨ ਕੀਤੇ ਤੇ ਸਹਿਜ ਪਾਠ ਕਰ ਰਿਹਾ ਸੀ ਤਾਂ ਇਹ ਸ਼ਬਦ ਪੜ੍ਹਦਿਆਂ ਪੜ੍ਹਦਿਆਂ ਇਹਨਾਂ ਬਲਦਾਂ ਦਾ ਦ੍ਰਿਸ਼ ਮੇਰੇ ਸਾਹਮਣੇ ਆ ਗਿਆ। ਜੋ ਕਬੀਰ ਸਾਹਿਬ ਜੀ ਹੇਠਲੇ ਸ਼ਬਦ ਵਿੱਚ ਫਰਮਾ ਰਹੇ ਹਨ, ਉਹ ਬਿਲਕੁਲ ਸੱਚ ਹੈ। ਚਾਰ ਪਾਵ ਦੋਏ ਸਿੰਘ, ਗੁੰਗ ਮੁਖ, ਤਬ ਕੈਸੇ ਗੁਣ ਗਈ ਹੈ। ਊਠਤ ਬੈਠਤ ਠੇਗਾ ਪਰ ਹੈ, ਤਬ ਕਤ ਮੂੰਡ ਲੁਕਈ ਹੈ। ਹਰ ਬਿਨ ਬੈਲ ਬਿਰਾਨੇ ਹੋਈ ਹੈ, ਫਾਟੇ ਨਾਕਨ ਟੂਟੇ ਕਾਦਨ, ਕੋ ਦੋ ਕੋ ਪੁਸ ਖਈ ਹੈ। ਰਹਾਉ ਸਾਰੋ ਦਿਨ ਡੋਲਤ ਬਨ ਮਹੀਆ, ਅਜਹੋ ਨਾ ਪੇਟ ਅਗਈ ਹੈ। ਜਨ ਭਗਤਨ ਕੋ ਕਹੋ ਨ ਮਾਨੋ, ਕੀਓ ਆਪਨੋ ਪਈ ਹੈ। ਦੁੱਖ ਸੁਖ ਕਰਤ ਮਹਾ ਭ੍ਰਮ ਬੂਡੋ, ਅਨਕ ਜੋਨ ਪਰਮਈ ਹੈ। ਰਤਨ ਜਨਮ ਖੋਇਓ ਪ੍ਰਭ ਬਿਸਰਿਓ, ਇਹੋ ਅਵਸਰ ਕਤ ਪਈ ਹੈ। ਭਰਮਤ ਫਿਰਤ ਤੇ ਲਕ ਕੇ ਕਪ ਜਿਉ, ਗਤ ਬਿਨ ਰੈਨ ਬਿਆਈ ਹੈ। ਕਹਿਤ ਕਬੀਰ ਰਾਮ ਨਾਮ ਬਿਨ, ਮੂੰਡ ਧੁਨੈ ਪਛਤਈ ਹੈ। ਗੁਜਰੀ ਸ਼੍ਰੀ ਕਬੀਰ ਜੀਓ ਪੰਨਾ ਨੰਬਰ 524। ਇਸ ਸ਼ਬਦ ਵਿੱਚ ਕਬੀਰ ਸਾਹਿਬ ਫਰਮਾਉਂਦੇ ਹਨ ਕਿ ਕਿਸੇ ਨੂੰ ਪਸ਼ੂ ਜੂਨ ਮਿਲ ਜਾਵੇ ਤਾਂ ਉਹ ਨਾਮ ਕਿਸ ਤਰ੍ਹਾਂ ਜਪੇਗਾ। ਮੂੰਹ ਤੋਂ ਬੋਲ ਨਹੀਂ ਸਕਦਾ। ਮਨੁੱਖਾ ਜਨਮ ਵਿੱਚ ਹੀ ਨਾਮ ਜਪ ਕੇ ਆਪਣਾ ਜਨਮ ਸਫਲ ਕੀਤਾ ਜਾ ਸਕਦਾ ਹੈ। ਮਨ ਹੋਰ ਵੀ ਉਦਾਸ ਹੋ ਗਿਆ ਕਿ ਮਨਾ ਤੂੰ ਵੀ ਨਾਮ ਜਪ, ਨਹੀਂ ਤਾਂ ਤੇਰਾ ਵੀ ਇਹੀ ਹਾਲ ਹੋਵੇਗਾ ਜੈਸਾ ਬਲਦਾਂ ਦਾ ਹੋ ਰਿਹਾ ਹੈ। ਅੰਦਰੋਂ ਆਵਾਜ਼ ਆਵੇ ਕਿ ਨਾਮ ਜਪ। ਦੂਸਰੇ ਦਿਨ ਵੀ ਬਲਦਾਂ ਦਾ ਇਹੀ ਹਾਲ ਹੋਇਆ। ਉਸ ਵੇਲੇ ਬਲਦਾਂ ਨੂੰ ਦੇਖ ਕੇ ਇਤਨਾ ਬੈਰਾਗ ਆਇਆ ਕਿ ਨੌਕਰ ਨੂੰ ਰੋਟੀ ਦੇ ਕੇ ਮੈਂ ਘਰ ਨਹੀਂ ਗਿਆ, ਸਿੱਧਾ ਜੰਗਲਾਂ ਦੀ ਤਰਫ ਤੁਰ ਪਿਆ। ਜੰਗਲ ਵਿੱਚ ਐਸੀ ਜਗ੍ਹਾ ਲੱਭੀ ਜਿੱਥੇ ਕੋਈ ਦੇਖ ਨਾ ਸਕੇ। ਉੱਥੇ ਜਾ ਕੇ ਹਰੇ ਰਾਮਾ ਦਾ ਸਿਮਰਨ ਕਰਨ ਲੱਗ ਪਿਆ। ਡਰ ਦੇ ਕਾਰਨ ਕਮੀਜ਼ ਲਾ ਕੇ ਅੱਖਾਂ ਤੇ ਪੱਟੀ ਬੰਨ੍ਹ ਲਈ। ਸਿਮਰਨ ਕਰਦਿਆਂ ਕਰਦਿਆਂ ਸ਼ਾਮ ਪੈ ਗਈ। ਕੰਨਾਂ ਵਿੱਚ ਇਸ ਤਰ੍ਹਾਂ ਆਵਾਜ਼ ਪੈਂਦੀ ਸੀ ਜਿਸ ਤਰ੍ਹਾਂ ਜੰਗਲੀ ਜਾਨਵਰ ਤੇ ਛੋਟੇ-ਛੋਟੇ ਪੰਛੀ ਆਪਣੇ ਘਰਾਂ ਨੂੰ ਜਾ ਰਹੇ ਹੋਣ। ਸਿਆਲ ਦਾ ਮੌਸਮ, ਠੰਡੀ ਹਵਾ ਤੇ ਕਿਣਕਾ ਬਾਰਿਸ਼ ਦਾ ਮਹਿਸੂਸ ਹੋ ਰਿਹਾ ਸੀ। ਮਨ ਡੋਲਦਾ ਸੀ ਕਿ ਘਰ ਦੌੜ ਜਾਵਾਂ, ਪਰ ਜਾ ਨਹੀਂ ਸਕਿਆ।
ਇਸ ਤਰ੍ਹਾਂ ਜਾਪਦਾ ਸੀ ਕਿ ਕਿਸੇ ਅਗੰਮੀ ਸ਼ਕਤੀ ਨੇ ਬੰਨ੍ਹ ਕੇ ਰੱਖਿਆ ਹੈ। ਠੰਡ ਦੇ ਕਾਰਨ ਸਾਰੀ ਰਾਤ ਨੀਂਦ ਨਹੀਂ ਆਈ। ਕੋਈ ਕੱਪੜਾ ਵੀ ਕੋਲ ਨਹੀਂ ਸੀ। ਕੁਦਰਤ ਵੱਲੋਂ ਸਿਮਰਨ ਕਰਦਿਆਂ ਸਮੇਂ ਦਾ ਪਤਾ ਹੀ ਨਹੀਂ ਲੱਗਿਆ। ਹਰੇ ਰਾਮਾ ਦਾ ਜਾਪ ਕਰਦਿਆਂ ਬਹੁਤ ਆਨੰਦ ਆਇਆ। ਸਿਮਰਨ ਕਰਦਿਆਂ ਅੰਮ੍ਰਿਤ ਵੇਲਾ ਹੋ ਗਿਆ ਅਤੇ ਪੰਛੀਆਂ ਦੀ ਮਿੱਠੀ ਮਿੱਠੀ ਆਵਾਜ਼ ਕੰਨਾਂ ਵਿੱਚ ਪੈਣ ਲੱਗੀ। ਦਿਨ ਚੜ੍ਹਦੇ ਸਾਰ ਖੂਬ ਭੁੱਖ ਲੱਗਣ ਲੱਗੀ। ਸੋਚਿਆ ਭਗਤੀ ਕਰਨੀ ਬਹੁਤ ਕਠਿਨ ਹੈ। ਹੁਣ ਕੀ ਕਰਾਂ? ਘਰ ਜਾਵਾਂ ਕਿ ਨਾ? ਕਰ ਗਿਆ ਤਾਂ ਮਾਰ ਪਵੇਗੀ, ਨਾ ਗਿਆ ਤਾਂ ਭੁੱਖਾ ਮਰਾਂਗਾ। ਇਹ ਸੋਚਦੇ ਸ਼ਾਮ ਦੇ 5 ਵੱਜ ਗਏ। ਫਿਰ ਡਰਦੇ ਘਰ ਵਾਪਸ ਆ ਗਿਆ। ਸਾਰਾ ਪਰਿਵਾਰ ਫਿਕਰਮੰਦ ਸੀ। ਮੈਨੂੰ ਦੇਖ ਕੇ ਪਿਤਾ ਜੀ ਬਹੁਤ ਕ੍ਰੋਧਵਾਨ ਹੋਏ ਤੇ ਕਿਹਾ, ਤੂੰ ਕਿੱਥੇ ਗਿਆ ਸੀ? ਅਸੀਂ ਕੱਲ ਦੇ ਤੈਨੂੰ ਲੱਭ ਰਹੇ ਹਾਂ। ਮੈਂ ਕਿਹਾ, ਪਿਤਾ ਜੀ, ਮੇਰੇ ਅੰਦਰੋਂ ਆਵਾਜ਼ ਆਵੇ ਕਿ ਤੂੰ ਨਾਮ ਜਪ। ਮਨ ਬਹੁਤ ਉਦਾਸ ਹੋ ਗਿਆ ਸੀ। ਇਸੇ ਕਰਕੇ ਜੰਗਲ ਵਿੱਚ ਸਿਮਰਨ ਕਰਨ ਚਲਾ ਗਿਆ ਸੀ। ਇੰਨੀ ਗੱਲ ਸੁਣਦਿਆਂ ਪਿਤਾ ਜੀ ਦਾ ਕ੍ਰੋਧ ਥੋੜਾ ਜਿਹਾ ਠੰਡਾ ਪੈ ਗਿਆ। ਮਾਤਾ ਜੀ ਵੀ ਆ ਗਏ। ਉਹ ਵੀ ਚਿੰਤਾ ਵਿੱਚ ਸਨ ਕਿ ਕਿੱਥੇ ਗਿਆ ਸੀ। ਪਿਤਾ ਜੀ ਮਾਤਾ ਜੀ ਨੂੰ ਕਹਿਣ ਲੱਗੇ, ਇਤਨੀ ਛੋਟੀ ਉਮਰ ਵਿੱਚ ਭਗਤੀ ਕਰਨ ਚਲਾ ਗਿਆ? ਅਤੇ ਮੈਨੂੰ ਕਹਿਣ ਲੱਗੇ, ਆਰਾਮ ਨਾਮ ਬੁੱਢੇ ਹੋ ਕੇ ਜਪੀਦਾ ਹੈ। ਹਾਲੇ ਤੈਨੂੰ ਕਿਸ ਚੀਜ਼ ਦਾ ਡਰ ਹੈ? ਤੂੰ ਇਸ ਉਮਰ ਵਿੱਚ ਭਗਤੀ ਕਰਨ ਲੱਗ ਗਿਆ। ਇਸ ਵਾਰ ਤੈਨੂੰ ਮਾਫ ਕਰ ਦਿੰਦੇ ਹਾਂ। ਤੂੰ ਰਾਮ ਦਾ ਨਾਮ ਲਿਆ ਹੈ, ਅਗਰ ਦੁਬਾਰਾ ਗਿਆ ਬਹੁਤ ਮਾਰ ਪਵੇਗੀ। ਦੁਨੀਆ ਮਤਲਬ ਦੀ। ਸਾਡੇ ਪਿੰਡ ਇੱਕ ਬਜ਼ੁਰਗ ਰਹਿੰਦਾ ਸੀ। ਉਸ ਦੇ 2 ਬੇਟੇ ਸਨ। ਉਮਰ ਕਾਫੀ ਹੋ ਗਈ। ਉਸ ਨੇ ਸੋਚਿਆ ਜ਼ਮੀਨ ਦੋਨਾਂ ਨੂੰ ਵੰਡ ਕੇ ਦੇ ਦੇਵਾਂ। ਜ਼ਮੀਨ ਤੇ ਪੈਸੇ 2 ਹਿੱਸਿਆਂ ਵਿੱਚ ਵੰਡ ਕੇ ਦੋਨਾਂ ਨੂੰ ਦੇ ਦਿੱਤੇ। ਉਸ ਸਮੇਂ ਮੇਰੀ ਉਮਰ 10 ਸਾਲਾਂ ਦੀ ਸੀ। ਸਮਾਂ ਬੀਤਦਾ ਗਿਆ। ਥੋੜਾ ਚਿਰ ਨੂੰਹਾਂ ਨੇ ਸੇਵਾ ਕੀਤੀ। ਬਾਅਦ ਵਿੱਚ ਬੁਰਾ ਭਲਾ ਬੋਲਣ ਲੱਗੀਆਂ। ਇਸ ਨੂੰ ਗਰਮਾ ਗਰਮ ਪ੍ਰਸ਼ਾਦੇ ਚਾਹੀਦੇ ਹਨ। ਕਦੀ ਬਿਮਾਰ ਹੋ ਜਾਂਦਾ ਹੈ, ਕਦੀ ਕੁਝ ਹੋ ਜਾਂਦਾ ਹੈ। ਸਾਡੇ ਤੇ ਭਾਰ ਬਣ ਗਿਆ ਹੈ। ਇਹ ਗੱਲਾਂ ਸੁਣ ਕੇ ਵਿਚਾਰਾ ਬਹੁਤ ਦੁਖੀ ਹੋਇਆ ਕਿ ਮੇਰੀ ਹੀ ਗਲਤੀ ਹੈ। ਸਾਰਾ ਕੁਝ ਇਹਨਾਂ ਨੂੰ ਦੇ ਦਿੱਤਾ, ਫਿਰ ਵੀ ਮੇਰੀ ਕੋਈ ਕਦਰ ਨਹੀਂ ਕਰਦਾ। ਇੱਕ ਦਿਨ ਜ਼ਿਆਦਾ ਬਿਮਾਰ ਹੋ ਗਿਆ ਤੇ ਮੇਰੇ ਪਿਤਾ ਜੀ ਪਾਸ ਦਵਾਈ ਲੈਣ ਆਇਆ। ਬੜੇ ਦੁਖੀ ਹਿਰਦੇ ਨਾਲ ਗੱਲਾਂ ਕਰਨ ਲੱਗਾ ਕਿ ਮੈਨੂੰ ਬਾਸੇ ਪ੍ਰਸ਼ਾਦੇ ਮਿਲਦੇ ਹਨ, ਮੇਰੇ ਖਾਣ ਯੋਗ ਨਹੀਂ ਹੁੰਦੇ। ਮੈਨੂੰ ਚੰਗੀ ਜਿਹੀ ਦਵਾਈ ਦਿਓ ਜਿਸ ਨਾਲ ਛੇਤੀ ਆਰਾਮ ਆ ਜਾਵੇ। ਪਿਤਾ ਜੀ ਨੇ ਉਸ ਨੂੰ ਦਵਾਈ ਦਿੱਤੀ ਤੇ ਇੱਕ ਤਰੀਕਾ ਵੀ ਦੱਸਿਆ। ਇੱਕ ਕੜੇ ਵਿੱਚ ਥੱਲੇ ਰੋੜੇ ਤੇ ਉੱਪਰ 20 ਰੁਪਏ ਚਾਂਦੀ ਦੇ ਪਾ ਦਿੱਤੇ ਤੇ ਕਿਹਾ, ਇਸ ਨੂੰ ਘਰ ਲੈ ਜਾ। ਘਰ ਵਾਲਿਆਂ ਨੂੰ ਦਿਖਾ ਕੇ ਪੈਸੇ ਮੈਨੂੰ ਵਾਪਸ ਕਰ ਜਾਈਂ। ਕੜਾ ਦੇਖ ਕੇ ਨੂੰਹਾਂ ਨੇ ਪੁੱਛਿਆ, ਇਸ ਵਿੱਚ ਕੀ ਹੈ? ਉਸ ਨੇ ਕਿਹਾ, ਜ਼ਮੀਨ ਵਿੱਚ ਦੱਬਿਆ ਹੋਇਆ ਸੀ। ਮੈਂ ਸੋਚਿਆ ਜੇ ਮੈਂ ਗੁਜ਼ਰ ਗਿਆ ਤਾਂ ਪੈਸਿਆਂ ਦਾ ਕਿਸੇ ਨੂੰ ਪਤਾ ਨਹੀਂ ਲੱਗਣਾ, ਇਸ ਲਈ ਮੈਂ ਘਰ ਲੈ ਆਇਆ। ਤੁਹਾਡੇ ਕੰਮ ਆਉਣਗੇ। ਨੂੰਹਾਂ ਬਹੁਤ ਖੁਸ਼ ਹੋਈਆਂ ਕਿ ਬਾਪੂ ਕੋਲ ਪੈਸੇ ਹਨ। ਬਾਪੂ ਜੀ ਦੀ ਬੜੀ ਸੇਵਾ ਹੋਣ ਲੱਗੀ। ਉਸ ਨੇ ਕੜਾ ਆਪਣੇ ਮੰਜੇ ਥੱਲੇ ਦਬਾ ਲਿਆ। ਉਸ ਸਮੇਂ ਬੈਂਕਾਂ ਬਹੁਤੀਆਂ ਨਹੀਂ ਹੁੰਦੀਆਂ ਸਨ। ਲੋਕ ਇਸੇ ਤਰ੍ਹਾਂ ਘਰਾਂ ਵਿੱਚ ਹੀ ਪੈਸੇ ਰੱਖਦੇ ਸਨ। ਜਦੋਂ ਵੀ ਉਹ ਬਾਹਰ ਜਾਵੇ ਤਾਂ 2 ਤਾਲੇ ਲਗਾ ਕੇ ਜਾਵੇ। ਬਸ ਫਿਰ ਚੰਗੀ ਤਰ੍ਹਾਂ ਸੇਵਾ ਹੋਣ ਲੱਗੀ। ਇੱਕ ਕਹੇ, ਬਾਪੂ ਜੀ ਅੱਜ ਕੜਾਹ ਬਣਾਇਆ। ਦੂਸਰੀ ਕਹੇ, ਕੜੀ ਚੌਲ ਬਣਾਏ। ਪਹਿਲੇ ਕੋਈ ਕੱਪੜੇ ਨਹੀਂ ਸੀ ਧੋਂਦੀ, ਹੁਣ ਕੱਪੜੇ ਵੀ ਧੋ ਕੇ ਮਿਲਣ ਲੱਗੇ। ਉਹ ਸੋਚਣ ਲੱਗਾ, ਦੁਨੀਆ ਕਿੰਨੀ ਮਤਲਬ ਦੀ ਹੈ। ਇਨਸਾਨ ਦੀ ਕੋਈ ਕਦਰ ਨਹੀਂ, ਸਾਰੀ ਮਾਇਆ ਦੀ ਹੈ। ਜੇ ਕਿਸੇ ਕੋਲ 4 ਪੈਸੇ ਹਨ ਤਾਂ ਕੋਈ ਬੁਲਾ ਲੈਂਦਾ ਹੈ, ਨਹੀਂ ਤਾਂ ਕੋਈ ਮੂੰਹ ਨਹੀਂ ਕਰਦਾ। ਉਹ ਮੇਰੇ ਪਿਤਾ ਜੀ ਪਾਸ ਆਇਆ ਤੇ ਕਿਹਾ, ਤੁਹਾਡਾ ਬਹੁਤ ਬਹੁਤ ਧੰਨਵਾਦ। ਅੱਜ ਕੱਲ੍ਹ ਮੇਰੀ ਬਹੁਤ ਸੇਵਾ ਹੋ ਰਹੀ ਹੈ। ਇਸੇ ਤਰ੍ਹਾਂ ਸਮਾਂ ਬੀਤਦਾ ਗਿਆ। ਬਜ਼ੁਰਗ ਚਲਾਣਾ ਕਰ ਗਿਆ ਤਾਂ ਉਹਨਾਂ ਨੇ ਮੰਜੇ ਸਮੇਤ ਬਾਹਰ ਨਿਕਾਲ ਦਿੱਤਾ। ਸਭ ਤੋਂ ਪਹਿਲਾਂ ਮੰਜੇ ਵਾਲੀ ਜਗ੍ਹਾ ਪੁੱਟੀ ਤਾਂ ਹੈਰਾਨ ਰਹਿ ਗਏ, ਕੜੇ ਵਿੱਚ ਰੋੜੇ ਹੀ ਸਨ। ਸੰਤ ਸਮੂਹ ਅਨੇਕ ਮਤੀ ਕੇ, ਸ਼ਰਾਵਕ ਸੁਧ ਸਮੂਹ ਸਿਧਾਨ ਕੇ, ਦੇਖ ਫਰਿਓ ਘਰ ਜੋਗ ਜਤੀ ਕੇ, ਸੂਰ ਸੁਰਾਰਦਨ ਸੁਧ ਸਿਧਾਦਕ, ਸੰਤ ਸਮੂਹ ਅਨੇਕ ਮਤੀ ਕੇ, ਸਾਰੇ ਹੀ ਦੇਸ ਕੋ ਦੇਖ ਰਹਿਓ ਮਤ, ਕਉ ਨ ਦੇਖਿयन ਪ੍ਰਾਨ ਪਤੀ ਕੇ, श्री भगवान की पाए कृपा, हूँ ते एक रति बिन एक रति के, ਤਵ ਪ੍ਰਸਾਦ ਸਵਈਏ ਪਾਤਸ਼ਾਹੀ 10ਵੀਂ। ਉਹਨਾਂ ਦਿਨਾਂ ਵਿੱਚ ਹੀ ਸਾਡੇ ਪਿੰਡ ਇੱਕ ਐਸੇ ਸਾਧੂ ਆਏ ਜਿਹੜੇ ਨਗਨ ਰਹਿੰਦੇ ਸਨ। ਜਿਤਨੀ ਮਰਜ਼ੀ ਸਰਦੀ ਹੋਵੇ ਕੱਪੜਾ ਨਹੀਂ ਪਾਉਣਾ।
ਰੱਬ ਦੇ ਮਿਲਾਪ ਵਾਸਤੇ ਉਹ ਕਈ ਕਠਿਨ ਸਾਧਨ ਕਰਦੇ ਸਨ ਕਿ ਆਮ ਮਨੁੱਖ ਐਸਾ ਕਰਨਾ ਸੋਚ ਵੀ ਨਹੀਂ ਸਕਦਾ ਸੀ। ਪਿੰਡ ਵਾਲੇ ਲੋਕ ਭੋਜਨ ਲੈ ਕੇ ਜਾਂਦੇ ਅਤੇ ਪੈਸੇ ਰੱਖ ਕੇ ਉਸ ਨੂੰ ਮੱਥਾ ਟੇਕਦੇ। ਖਾਣੇ ਦੇ ਸਵਾਦ ਵਾਸਤੇ ਉਹ ਭੋਜਨ ਬਹੁਤ ਬਰੀਕ ਕਰਕੇ ਖਾਂਦਾ ਤੇ ਖਾਣਾ ਮੈਦੇ ਤੱਕ ਪਹੁੰਚਣ ਤੋਂ ਪਹਿਲਾਂ ਹੀ ਜ਼ਿਆਦਾ ਪਾਣੀ ਪੀ ਕੇ ਲੋਹੇ ਦੇ ਡੱਬੇ ਵਿੱਚ ਉਲਟੀ ਕਰ ਦਿੰਦਾ। ਉਸ ਦੇ ਚੇਲੇ ਡੱਬਾ ਚੁੱਕ ਕੇ ਬਾਹਰ ਖੇਤਾਂ ਵਿੱਚ ਸੁੱਟ ਆਉਂਦੇ। ਉਸ ਨੇ ਆਪਣੇ ਇੰਦਰੇ ਵਸ ਕੀਤੇ ਹੋਏ ਸਨ। ਇਸ ਦਾ ਮਤਲਬ ਉਸ ਨੂੰ ਟੱਟੀ ਪਿਸ਼ਾਬ ਨਹੀਂ ਆਉਂਦਾ ਸੀ। ਉਸ ਦਾ ਸਰੀਰ ਹੱਡੀਆਂ ਦੀ ਮੁੱਠ ਅਤੇ ਦੇਖਣ ਨੂੰ ਬਹੁਤ ਡਰਾਉਣਾ ਲੱਗਦਾ ਸੀ। ਇਹ ਵੀ ਹਿੰਦੂ ਧਰਮ ਵਿੱਚ ਪਰਮਾਤਮਾ ਨੂੰ ਮਿਲਣ ਦਾ ਇੱਕ ਸਾਧਨ ਸਮਝਿਆ ਜਾਂਦਾ ਹੈ। ਹਰ ਨਾਮੈ ਤੁਲ ਨਾ ਪੂਜੀ, ਜੇ ਲੱਖ ਕੋਟੀ ਕਰਮ ਕਮਾਏ। ਸੀਰੀ ਰਾਗ ਮਹੱਲਾ ਪਹਿਲਾ, ਪੰਨਾ ਨੰਬਰ 62। ਇੱਕ ਵਣ ਖੰਡ ਬੈਸੈ ਜਾਏ, ਸਾਧ ਨਾ ਦੇਵਹੀ। ਇੱਕ ਪਾਲਾ ਕੱਕਰ ਭੰਨ, ਸੀਤਲ ਜਲ ਹੇਵਹੀ। ਇੱਕ ਭਸਮ ਚੜਾਵੇ ਅੰਗ, ਮੈਲ ਨਾ ਧੋਵਹੀ। ਇੱਕ ਜਟਾ ਬਿਕਟ ਬਿਕਰਾਲ, ਕੁਲ ਘਰ ਖੋਵਹੀ। ਇੱਕ ਨਗਨ ਫਿਰੈ ਦਿਨ ਰਾਤ, ਨੀਂਦ ਨਾ ਸੋਵਹੀ। ਇੱਕ ਅਗਨ ਜਲਾਵੇ ਅੰਗ, ਆਪ ਵਿਗੋਵਹੀ। ਵਿਣ ਨਾਵੈ ਤਨ ਛਾਰ, ਕਿਆ ਕਰ ਰੋਵਹੀ। ਸੋਹਨ ਖਸਮ ਦੁਆਰ, ਜੇ ਸਤਿਗੁਰ ਸੇਵਹੀ। ਮਲਾਰ ਮਹੱਲਾ ਤੀਜਾ, ਪੰਨਾ ਨੰਬਰ 1284। ਇਹ ਸਾਧੂ ਮੌਨਧਾਰੀ ਵੀ ਸੀ, ਕਿਸੇ ਨਾਲ ਗੱਲ ਨਹੀਂ ਕਰਨੀ। ਮੈਂ ਵੀ ਦਰਸ਼ਨ ਕਰਨ ਗਿਆ। ਹਰ ਵੇਲੇ ਉਸ ਦੇ ਦੁਆਲੇ ਭੀੜ ਲੱਗੀ ਰਹਿੰਦੀ। ਮੈਂ ਸੋਚਿਆ, ਰੱਬ ਨੂੰ ਮਿਲਣ ਵਾਸਤੇ ਇਹ ਰਸਤਾ ਬਹੁਤ ਕਠਿਨ ਹੈ, ਪਰ ਰੱਬ ਨੂੰ ਇਹ ਕਿਸ ਤਰ੍ਹਾਂ ਮਿਲੇਗਾ, ਕਿਉਂਕਿ ਪਰਮਾਤਮਾ ਦਾ ਸਿਮਰਨ ਤਾਂ ਇਹ ਕਰ ਹੀ ਨਹੀਂ ਰਿਹਾ। ਕਰਮ ਕਾਂਡ ਵਿੱਚ ਫਸਿਆ ਹੋਇਆ ਹੈ। ਨਾਮ ਦਾ ਰਸ ਛੱਡ ਕੇ ਭੋਜਨ ਦਾ ਰਸ ਲੈ ਰਿਹਾ ਹੈ। ਮੈਂ ਹੋਰ ਵੀ ਉਦਾਸ ਹੋ ਗਿਆ। ਉਸ ਵਕਤ ਮੈਂ ਮੁਕਤੀ ਦੀ ਭਾਲ ਵਿੱਚ ਸੀ, ਪਰ ਸਿੱਖੀ ਧਾਰਨ ਕਰਨ ਤੇ ਪਤਾ ਲੱਗਾ ਕਿ ਗੁਰੂ ਨਾਨਕ ਦੇਵ ਜੀ ਦਾ ਮਾਰਗ ਰੱਬ ਦੇ ਮਿਲਾਪ ਲਈ ਬਹੁਤ ਹੀ ਸੁਖਾਲਾ ਰਸਤਾ ਹੈ। ਗ੍ਰਸਤ ਜੀਵਨ ਵਿੱਚ ਰਹਿ ਕੇ ਵੀ ਇਨਸਾਨ ਪਰਮਾਤਮਾ ਦੀ ਭਗਤੀ ਕਰ ਸਕਦਾ ਹੈ। ਨਾਨਕ ਸਤਿਗੁਰ ਭੇਟਿਐ, ਪੂਰੀ ਹੋਵੈ ਜੁਗਤ। ਹਸੰਦਿਆਂ ਖੇਲੰਦਿਆਂ, ਪੈ ਨੰਦਿਆਂ ਖਾਵੰਦਿਆਂ, ਵਿੱਚੇ ਹੋਵੈ ਮੁਕਤ। ਗੁਜਰੀ ਮਹੱਲਾ ਪੰਜਵਾਂ, ਪੰਨਾ ਨੰਬਰ 522। 3 ਠੱਗ ਸਾਧੂ। ਇੱਕ ਦਿਨ ਮੇਰੇ ਪਿਤਾ ਜੀ ਗੀਤਾ ਦਾ ਪਾਠ ਕਰ ਰਹੇ ਸਨ। ਸੰਗਤ ਕਾਫੀ ਜੁੜੀ ਹੋਈ ਸੀ। ਉਸ ਵੇਲੇ ਮੇਰੀ ਉਮਰ 11 ਸਾਲਾਂ ਦੀ ਸੀ। ਸਾਡੇ ਪਿੰਡ 2 ਸਾਧੂ ਆਏ। ਉਹ ਮਹਾਦੇਵ ਦੇ ਭਗਤ ਨੂੰ ਲੱਭਦੇ ਲੱਭਦੇ ਸਾਡੇ ਘਰ ਪਹੁੰਚ ਗਏ ਅਤੇ ਪੁੱਛਣ ਲੱਗੇ, ਜੇ ਕਿਸੇ ਨੇ ਮਹਾਦੇਵ ਦਾ ਭਗਤ ਦੇਖਿਆ ਹੋਵੇ ਤਾਂ ਦੱਸੋ। ਭਗਤ ਜੀ ਬ੍ਰਹਮ ਗਿਆਨੀ ਹਨ। ਮਹਾਦੇਵ ਉਸ ਦੇ ਅੰਗ ਸੰਗ ਰਹਿੰਦੇ ਹਨ। ਜੋ ਬਚਨ ਕਹਿ ਦੇਣ ਪੂਰਾ ਹੋ ਜਾਂਦਾ ਹੈ। ਕਦੀ ਕਦੀ ਸਮਾਧੀ ਵਿੱਚ ਅਲੋਪ ਹੋ ਜਾਂਦੇ ਹਨ। ਇੱਕ ਸਾਧੂ ਬਹੁਤ ਵੈਰਾਗ ਵਿੱਚ ਆ ਕੇ ਕਹਿਣ ਲੱਗਾ, ਮੈਂ ਮਹਾਦੇਵ ਜੀ ਦੇ ਭਗਤ ਬਗੈਰ ਜੀ ਨਹੀਂ ਸਕਦਾ। ਉਹ ਐਸਾ ਬੈਰਾਗੀ ਬਣਿਆ, ਲੋਕਾਂ ਨੇ ਸਮਝਿਆ ਕਿ ਉਹ ਵਾਕਈ ਪਹੁੰਚਿਆ ਹੋਇਆ ਭਗਤ ਹੋਵੇਗਾ। ਉਸ ਦੀ ਜ਼ਰੂਰ ਖੋਜ ਕਰਨੀ ਚਾਹੀਦੀ ਹੈ। ਦੂਸਰੇ ਪਿੰਡ ਜਾ ਕੇ ਵੀ ਉਹਨਾਂ ਇਸੇ ਤਰ੍ਹਾਂ ਕੀਤਾ। ਆਲੇ ਦੁਆਲੇ ਦੇ ਪਿੰਡਾਂ ਦੇ ਲੋਕਾਂ ਨੂੰ ਵਿਸ਼ਵਾਸ ਹੋ ਗਿਆ ਕਿ ਮਹਾਦੇਵ ਦਾ ਭਗਤ ਕਿਤੇ ਨੇੜੇ ਹੀ ਹੋਵੇਗਾ। ਸਾਧੂਆਂ ਨੇ 4-5 ਪਿੰਡਾਂ ਵਿਚਕਾਰ ਇੱਕ ਜਗ੍ਹਾ ਲੱਭ ਕੇ ਉੱਥੇ ਆਪਣਾ ਡੇਰਾ ਜਮਾ ਲਿਆ। 3 ਮਸ਼ਕਾਂ ਪਾਣੀ ਦੀਆਂ ਭਰ ਕੇ ਦਬਾ ਦਿੱਤੀਆਂ। ਇੱਕ ਸਮਾਧੀ ਲਾ ਕੇ ਬੈਠ ਗਿਆ। ਪਿੰਡ ਵਾਲਿਆਂ ਲੋਕਾਂ ਨੇ ਸਮਝਿਆ ਕਿ ਮਹਾਦੇਵ ਦਾ ਭਗਤ ਪ੍ਰਗਟ ਹੋ ਗਿਆ ਹੈ। ਆਲੇ ਦੁਆਲੇ ਪਿੰਡਾਂ ਦੇ ਲੋਕ ਇਕੱਠੇ ਹੋ ਗਏ। ਉਸ ਵਕਤ ਉਹ ਸਮਾਧੀ ਵਿੱਚ ਬੈਠਾ ਸੀ। ਜਦੋਂ ਉਸ ਨੇ ਅੱਖਾਂ ਖੋਲ੍ਹੀਆਂ ਤਾਂ ਕਹਿਣ ਲੱਗਾ ਕਿ ਇਹ ਜਗ੍ਹਾ ਬਹੁਤ ਪਵਿੱਤਰ ਹੈ। ਸਾਨੂੰ ਮਹਾਦੇਵ ਜੀ ਨੇ ਬਤਾਇਆ ਹੈ, ਇਸ ਜਗ੍ਹਾ ਗੰਗਾ, ਜਮਨਾ ਤੇ ਸਰਸਵਤੀ ਇਕੱਠੀਆਂ ਹੋਣਗੀਆਂ। ਜਿੱਥੇ ਪਾਣੀ ਦੀਆਂ ਮਸ਼ਕਾਂ ਦੱਬੀਆਂ ਸਨ, ਉੱਥੇ ਤ੍ਰਿਸ਼ੂਲ ਮਾਰਿਆ ਤੇ ਉੱਥੋਂ ਪਾਣੀ ਨਿਕਲਣ ਲੱਗ ਪਿਆ। ਸਾਰੇ ਲੋਕ ਭਗਤ ਜੀ ਨੂੰ ਮੱਥਾ ਟੇਕਣ ਲੱਗੇ। ਉਸ ਨੇ ਕਿਹਾ, ਇਸ ਪਵਿੱਤਰ ਜਗ੍ਹਾ ਦੇ ਭਾਗ ਜਾਗੇ ਹਨ। ਗੰਗਾ, ਜਮਨਾ ਤੇ ਸਰਸਵਤੀ ਇੱਥੇ ਪ੍ਰਗਟ ਹੋਈਆਂ ਹਨ। ਭਗਵਾਨ ਮਹਾਦੇਵ ਦੀ ਬਹੁਤ ਕਿਰਪਾ ਹੋਈ ਹੈ। ਇੱਥੇ ਮੰਦਰ ਤੇ ਸਰੋਵਰ ਜਲਦੀ ਬਣ ਜਾਵੇ ਤਾਂ ਮਹਾਦੇਵ ਪ੍ਰਸੰਨ ਹੋਣਗੇ। ਗੰਗਾ, ਜਮਨਾ ਤੇ ਸਰਸਵਤੀ ਦੇ ਜਲ ਨਾਲ ਖੇਤੀਬਾੜੀ ਹਰੀ ਭਰੀ ਹੋ ਜਾਵੇਗੀ।
ਪਰ ਸਭ ਤੋਂ ਪਹਿਲਾਂ ਇੱਕ ਤਖਤਪੋਸ਼ ਬੈਠਣ ਵਾਸਤੇ ਬਣਾ ਕੇ ਦਿਓ। ਭਗਵਾਨ ਮਹਾਦੇਵ ਜਦੋਂ ਖੁਸ਼ ਹੋਣਗੇ ਤਾਂ ਸਾਰਿਆਂ ਨੂੰ ਦਰਸ਼ਨ ਦੇਣਗੇ। ਭਗਤ ਜੀ ਨੇ ਤਖਤਪੋਸ਼ ਐਸੇ ਢੰਗ ਨਾਲ ਬਣਾਇਆ ਕਿ ਇੱਕ ਆਦਮੀ ਹੇਠਾਂ ਬੈਠ ਸਕੇ। ਰਾਤ ਨੂੰ ਭਗਤ ਜੀ ਦੇ 2 ਸੇਵਕਾਂ ਵਿੱਚੋਂ ਇੱਕ ਸੇਵਕ ਬਾਹਰ ਖੜਾ ਹੋ ਜਾਵੇ, ਦੂਸਰਾ ਸੇਵਕ ਤਖਤਪੋਸ਼ ਹੇਠਾਂ ਬੈਠ ਜਾਵੇ। ਭਗਤ ਜੀ ਨੇ ਆਪਣੇ ਉੱਪਰ ਕੰਬਲੀ ਲਈ ਹੋਈ ਸੀ। ਸੇਵਕ ਨੇ ਥੱਲਿਓਂ ਸੱਪ ਵਾਲਾ ਧਾਗਾ ਫੜਾ ਦੇਣਾ ਤੇ ਭਗਤ ਜੀ ਨੇ ਆਪਣੇ ਗਲ ਦੁਆਲੇ ਇਸ ਤਰ੍ਹਾਂ ਘੁਮਾਉਣਾ ਜਿਸ ਤਰ੍ਹਾਂ ਅਸਲੀ ਸੱਪ ਹੁੰਦਾ ਹੈ। ਲੋਕੀ ਸਮਝਦੇ ਮਹਾਦੇਵ ਦਾ ਸੱਪ ਆ ਗਿਆ ਹੈ। ਉਹਨਾਂ ਦਿਨਾਂ ਵਿੱਚ ਬਿਜਲੀ ਦਾ ਇੰਨਾ ਪ੍ਰਬੰਧ ਨਹੀਂ ਸੀ। ਲੋਕ ਲਾਲਟੈਨ ਤੇ ਦੀਵੇ ਜਗਾਉਂਦੇ ਸਨ। ਉੱਥੇ ਲਾਲਟੈਨ ਜਗਾਈ ਹੋਈ ਸੀ। ਸਾਧੂ ਕਹਿੰਦੇ ਭਗਤ ਜੀ ਦੇ ਕੋਲ ਨਹੀਂ ਜਾਣਾ, ਉਹਨਾਂ ਦੇ ਕੋਲ ਸੱਪ ਆਉਂਦੇ ਹਨ। ਉਹਨਾਂ ਨੇ ਦਾਇਰਾ ਬਣਾਇਆ ਹੋਇਆ ਸੀ ਕਿ ਇਸ ਦੇ ਅੰਦਰ ਕੋਈ ਜਾ ਨਹੀਂ ਸਕਦਾ। ਕਾਫੀ ਵੱਡਾ ਚੱਕਰ ਸੀ। ਲੋਕ ਦੂਰ ਖੜੇ ਸਨ, ਬਹੁਤਾ ਦਿਖਾਈ ਨਹੀਂ ਦਿੰਦਾ ਸੀ। ਭਗਤ ਜੀ ਨੇ ਸਿਰ ਵਿੱਚ ਇੱਕ ਬਲਬ ਲਗਾਇਆ ਹੋਇਆ ਸੀ। ਜਿਹੜਾ ਸੇਵਕ ਤਖਤਪੋਸ਼ ਹੇਠਾਂ ਬੈਠਾ ਹੁੰਦਾ ਸੀ ਉਹ ਬੈਟਰੀ ਨਾਲ ਬਲਬ ਦੀਆਂ ਤਾਰਾਂ ਲਗਾ ਦਿੰਦਾ ਤੇ ਭਗਤ ਜੀ ਦੇ ਸਿਰ ਵਿੱਚ ਚਾਨਣ ਹੋ ਜਾਂਦਾ। ਜਿਹੜਾ ਸੇਵਕ ਬਾਹਰ ਪਹਿਰੇ ਤੇ ਖੜਾ ਹੁੰਦਾ ਉਸ ਨੇ ਬੋਲਣਾ ਹਰ ਹਰ ਮਹਾਦੇਵ, ਹਰ ਹਰ ਮਹਾਦੇਵ, ਤੇ ਸਾਰਿਆਂ ਨੇ ਵੀ ਮਗਰ ਬੋਲਣਾ। ਲੋਕਾਂ ਦਾ ਭਗਤ ਉੱਪਰ ਵਿਸ਼ਵਾਸ ਹੋ ਗਿਆ ਤੇ ਸ਼ਰਧਾ ਹੋਰ ਵੀ ਵੱਧ ਗਈ। ਸਾਰਿਆਂ ਨੇ ਸਲਾਹ ਬਣਾਈ ਕਿ ਮੰਦਰ ਤੇ ਸਰੋਵਰ ਜਲਦੀ ਬਣਾਉਣਾ ਚਾਹੀਦਾ ਹੈ। ਲੋਕਾਂ ਨੇ ਪੈਸੇ ਇਕੱਠੇ ਕਰਨੇ ਸ਼ੁਰੂ ਕਰ ਦਿੱਤੇ। ਇੱਕ ਦਿਨ ਪਿੰਡ ਦਾ ਲੰਬੜਦਾਰ ਆਇਆ। ਭਗਤ ਜੀ ਨੇ ਉਸ ਨੂੰ ਕਿਹਾ, ਹੇ ਭਗਤ ਜਨ, ਆਪ ਦੇ ਉੱਪਰ ਮਹਾਦੇਵ ਬਹੁਤ ਖੁਸ਼ ਹਨ। ਤੈਨੂੰ ਉਸ ਦਰਖਤ ਦੇ ਨੇੜੇ ਪੱਥਰ ਥੱਲੇ 5 ਚਾਂਦੀ ਦੇ ਰੁਪਈਏ ਮਿਲਣਗੇ। ਇਹ ਸਾਰਾ ਕੁਝ ਸੇਵਕਾਂ ਨੇ ਪਹਿਲਾਂ ਹੀ ਸੈੱਟ ਕੀਤਾ ਹੋਇਆ ਸੀ। ਲੰਬੜਦਾਰ ਨੇ ਪੁੱਟ ਕੇ ਦੇਖਿਆ ਤਾਂ ਉਸ ਨੂੰ 5 ਰੁਪਏ ਮਿਲੇ। ਉਹ ਬਹੁਤ ਖੁਸ਼ ਹੋਇਆ ਕਿ ਭਗਤ ਜੀ ਅੰਤਰਜਾਮੀ ਹਨ ਤੇ ਪੈਸੇ ਲੈ ਕੇ ਭਗਤ ਜੀ ਦੇ ਪਾਸ ਆ ਗਿਆ। ਭਗਤ ਜੀ ਨੇ ਕਿਹਾ, ਇਹ ਪੈਸੇ ਮਹਾਦੇਵ ਦੀ ਭੇਟ ਕਰ ਦਿਓ। ਮਹਾਦੇਵ ਦੀ ਕਿਰਪਾ ਨਾਲ ਅਗਲੇ ਹਫ਼ਤੇ ਆਪ ਨੂੰ 10 ਰੁਪਏ ਮਿਲਣਗੇ ਤੇ ਚੌਥੇ ਹਫ਼ਤੇ ਸੋਨੇ ਦੀਆਂ ਮੋਹਰਾਂ। ਲੰਬੜਦਾਰ ਦੀ ਸ਼ਰਧਾ ਹੋਰ ਵੀ ਵੱਧ ਗਈ ਤੇ ਦਿਨ ਰਾਤ ਪੈਸੇ ਇਕੱਠੇ ਕਰਨ ਲੱਗਾ। ਆਪਣੀ ਘਰਵਾਲੀ ਦਾ ਸੋਨਾ ਵੀ ਲਿਆ ਕੇ ਦੇ ਦਿੱਤਾ। ਭਈ ਮੈਨੂੰ ਤਾਂ ਚੌਥੇ ਹਫ਼ਤੇ ਸੋਨੇ ਦੀਆਂ ਮੋਹਰਾਂ ਮਿਲ ਹੀ ਜਾਣੀਆਂ ਹਨ। ਦੂਸਰੇ ਹਫ਼ਤੇ 10 ਰੁਪਏ ਨਿਕਲੇ। ਲੰਬੜਦਾਰ ਬਹੁਤ ਖੁਸ਼ ਹੋਇਆ। ਇਹ ਰੁਪਏ ਵੀ ਭਗਤ ਜੀ ਦੀ ਭੇਟ ਚੜਾ ਦਿੱਤੇ। ਭਗਤ ਜੀ ਨੇ ਕਿਹਾ, ਮਹਾਦੇਵ ਤੇਰੇ ਉੱਪਰ ਇੰਨੇ ਪ੍ਰਸੰਨ ਹਨ ਕਿ ਮਾਇਆ ਤੇਰੇ ਕੋਲੋਂ 10 ਪੀੜ੍ਹੀਆਂ ਨਹੀਂ ਮੁੱਕਣੀ। ਆਪ ਖੂਬ ਮਨ ਲਗਾ ਕੇ ਸੇਵਾ ਕਰੋ। ਇਹ ਕਿਸੇ ਹੋਰ ਨੂੰ ਨਾ ਦੱਸੀ, ਨਹੀਂ ਤਾਂ ਇਸ ਦਾ ਫਲ ਕਿਸੇ ਹੋਰ ਨੂੰ ਮਿਲ ਜਾਵੇਗਾ। ਲੰਬੜਦਾਰ ਨੇ ਚੰਗੇ ਚੰਗੇ ਬੰਦੇ ਇਕੱਠੇ ਕਰਕੇ ਘਰ ਘਰ ਜਾ ਕੇ ਮਾਇਆ ਇਕੱਠੀ ਕਰਨੀ ਸ਼ੁਰੂ ਕਰ ਦਿੱਤੀ। ਲੋਕ ਦਿਲ ਖੋਲ ਕੇ ਮਾਇਆ ਦੇਣ ਲੱਗੇ। ਬੀਬੀਆਂ ਸੋਨੇ ਦੇ ਗਹਿਣੇ ਵੀ ਦੇਣ ਲੱਗੀਆਂ। ਸਾਰਿਆਂ ਪਿੰਡਾਂ ਵਿੱਚ ਪਤਾ ਲੱਗ ਗਿਆ ਕਿ ਜਦੋਂ ਭਗਤ ਜੀ ਦੇ ਸਿਰ ਤੇ ਚਾਨਣ ਹੁੰਦਾ ਹੈ ਤੇ ਮਹਾਦੇਵ ਆਪ ਹਾਜ਼ਰ ਹੁੰਦੇ ਹਨ। ਸਾਰਿਆਂ ਨੂੰ ਬਹੁਤ ਚਾਅ ਅਤੇ ਖੁਸ਼ੀ ਹੋਈ ਕਿ ਅਸੀਂ ਭਗਤ ਜੀ ਦੇ ਦਰਸ਼ਨ ਕਰਕੇ ਆਪਣਾ ਜਨਮ ਸਫਲ ਕਰਾਂਗੇ। ਰਾਤ ਨੂੰ ਲੰਬੜਦਾਰ ਇੱਕ ਬੋਰੀ ਰੱਖ ਦਿੰਦਾ ਕਿ ਮੰਦਰ ਲਈ ਸਾਰੇ ਪੈਸੇ ਇਸ ਵਿੱਚ ਪਾਓ। ਜਦੋਂ ਸਾਰੀ ਸੰਗਤ ਘਰਾਂ ਨੂੰ ਚਲੀ ਜਾਂਦੀ ਤੇ ਇੱਕ ਸੇਵਕ ਮਾਇਆ ਇਕੱਠੀ ਕਰਕੇ ਸੰਭਾਲ ਕੇ ਰੱਖ ਲੈਂਦਾ। 3 ਹਫ਼ਤੇ ਇਸ ਤਰ੍ਹਾਂ ਚੱਕਰ ਚੱਲਦਾ ਰਿਹਾ। ਮਸ਼ਕਾਂ ਵਿੱਚੋਂ ਪਾਣੀ ਮੁੱਕਣ ਲੱਗਾ। ਇੱਕ ਰਾਤ ਤਿੰਨੇ ਮਾਇਆ ਇਕੱਠੀ ਕਰਕੇ ਖਿਸਕ ਗਏ। ਲੋਕਾਂ ਨੇ ਦੇਖਿਆ ਭਗਤ ਜੀ ਵੀ ਉੱਥੇ ਨਹੀਂ ਹਨ। ਤਖਤਪੋਸ਼ ਹੇਠਾਂ ਦੇਖਿਆ ਤਾਂ ਡਰ ਗਏ ਕਿ ਉੱਥੇ ਸੱਪ ਸੀ। ਸਿਆਣੇ ਲੋਕਾਂ ਨੇ ਧਿਆਨ ਨਾਲ ਦੇਖਿਆ ਤਾਂ ਰਬੜ ਦਾ ਸੱਪ ਨਿਕਲਿਆ। ਜਿੱਥੇ ਪਾਣੀ ਸਿੰਮਦਾ ਸੀ ਉੱਥੇ ਪੁੱਟ ਕੇ ਦੇਖਿਆ, ਉੱਥੇ ਪਾਣੀ ਦੀਆਂ ਮਸ਼ਕਾਂ ਸਨ। ਲੋਕਾਂ ਨੂੰ ਪਤਾ ਲੱਗ ਗਿਆ ਕਿ ਉਹ ਪੂਰੇ ਠੱਗ ਸਨ। ਲੰਬੜਦਾਰ ਸਭ ਤੋਂ ਪਹਿਲਾਂ ਉੱਥੇ ਗਿਆ ਜਿੱਥੋਂ ਉਸ ਨੂੰ ਮੋਹਰਾਂ ਮਿਲਣੀਆਂ ਸਨ। ਉੱਥੇ ਵੀ ਮਟਕਾ ਖਾਲੀ ਮਿਲਿਆ। ਲੰਬੜਦਾਰ ਮੱਥੇ ਤੇ ਹੱਥ ਮਾਰਨ ਲੱਗਾ ਕਿ ਮੇਰੀ ਮਾੜੀ ਕਿਸਮਤ, ਮੈਂ ਤਾਂ ਜੋ ਕੁਝ ਮੇਰੇ ਕੋਲ ਸੀ ਸਭ ਕੁਝ ਦੇ ਦਿੱਤਾ। ਉਸ ਨੇ ਪੁਲਿਸ ਕੋਲ ਜਾ ਕੇ ਰਿਪੋਰਟ ਲਿਖਾਈ। ਜਦੋਂ ਪੁਲਿਸ ਨੇ ਹੁਲੀਆ ਪੁੱਛਿਆ, ਉਸ ਨੇ ਦੱਸਿਆ ਕਿ ਉਹਨਾਂ ਸਾਰਿਆਂ ਨੇ ਮੂੰਹ ਤੇ ਸੁਆਹ ਮਲੀ ਹੋਈ ਸੀ, ਕੁਝ ਪਤਾ ਨਹੀਂ ਲੱਗਦਾ ਸੀ। ਅੱਜ ਕੱਲ੍ਹ ਪੜ੍ਹੇ ਲਿਖੇ ਲੋਕ ਵੀ ਇਸ ਚੱਕਰ ਵਿੱਚ ਫਸ ਜਾਂਦੇ ਹਨ। ਇਹਨਾਂ ਠੱਗਾਂ ਸਾਧੂਆਂ ਕੋਲੋਂ ਰੱਬ ਹੀ ਬਚਾਵੇ। ਜੈਨੀ ਸਾਧੂ। ਨਿਉਲੀ ਕਰਮ ਕਰੈ ਬਹੁ ਆਸਨ, ਜੈਨ ਮਾਰਗ ਸੰਜਮ ਅਤ ਸਾਧਨ। ਸੁਖਮਨੀ ਸਾਹਿਬ। ਕੁਝ ਸਮੇਂ ਬਾਅਦ ਸਾਡੇ ਘਰ ਜੈਨੀ ਸਾਧੂਆਂ ਦਾ ਟੋਲਾ ਆ ਗਿਆ। ਉਹਨਾਂ ਦੇ ਨਾਲ 2 ਚੇਲੇ ਵੀ ਸਨ। ਇੱਕ ਨਵਾਂ ਲੜਕਾ ਜੋ ਜੈਨੀ ਸਾਧੂ ਬਣਨਾ ਚਾਹੁੰਦਾ ਸੀ। ਇੱਕ ਦਿਨ ਬੇਨਤੀ ਕਰਨ ਲੱਗਾ, ਬਾਬਾ ਜੀ ਮੈਨੂੰ 2 ਸਾਲ ਹੋ ਗਏ ਤੁਹਾਡੀ ਸੇਵਾ ਕਰਦਿਆਂ, ਪਰ ਅਜੇ ਤੱਕ ਤੁਸੀਂ ਮੈਨੂੰ ਜੈਨੀ ਸਾਧੂ ਨਹੀਂ ਬਣਾਇਆ। ਮੇਰੇ ਉੱਪਰ ਕਿਰਪਾ ਕਰੋ। ਬਾਬਾ ਜੀ ਕਹਿਣ ਲੱਗੇ, ਤੇਰੇ ਤੇ ਕਿਰਪਾ ਹੋ ਗਈ ਹੈ,
2 ਦਿਨਾਂ ਬਾਅਦ ਵੱਡੇ ਬਾਬਾ ਜੀ ਦਾ ਜਨਮ ਦਿਨ ਆ ਰਿਹਾ ਹੈ। ਅਸੀਂ ਤੈਨੂੰ ਉਸ ਦਿਨ ਸਾਧੂ ਬਣਾਵਾਂਗੇ। ਬਾਬਾ ਜੀ ਨੇ ਮੈਨੂੰ ਕਿਹਾ, ਜਾ ਰਾਮ ਜੀ ਸੁਆਹ ਲੈ ਕੇ ਆ। ਮੈਂ ਮਾਤਾ ਜੀ ਨੂੰ ਕਿਹਾ ਕਿ ਬਾਬਾ ਜੀ ਸੁਆਹ ਮੰਗ ਰਹੇ ਹਨ। ਮਾਤਾ ਜੀ ਨੇ ਕੋਲੀ ਵਿੱਚ ਥੋੜੀ ਜੀ ਸੁਆਹ ਪਾ ਦਿੱਤੀ। ਮੈਂ ਸੋਚਿਆ ਦੰਦ ਸਾਫ਼ ਕਰਨੇ ਹੋਣਗੇ ਤੇ ਬਾਬਾ ਜੀ ਪਾਸ ਲੈ ਗਿਆ। ਬਾਬਾ ਜੀ ਨੇ ਕਿਹਾ, ਇਹ ਬਹੁਤ ਥੋੜੀ ਹੈ, ਸਾਨੂੰ ਇੱਕ ਵੱਡੀ ਬਾਲਟੀ ਚਾਹੀਦੀ ਹੈ। ਮੈਂ ਸੋਚਿਆ ਵੱਡੀ ਬਾਲਟੀ, ਪਤਾ ਨਹੀਂ ਬਾਬਾ ਜੀ ਨੇ ਪ੍ਰਸ਼ਾਦਾ ਛੱਡਣਾ ਹੈ ਤੇ ਸੁਆਹ ਘੋਲ ਕੇ ਪੀਣੀ ਹੈ। ਦੁਬਾਰਾ ਮੈਂ ਮਾਤਾ ਜੀ ਨੂੰ ਕਿਹਾ ਕਿ ਸੁਆਹ ਦੀ ਵੱਡੀ ਬਾਲਟੀ ਚਾਹੀਦੀ ਹੈ। ਮਾਤਾ ਜੀ ਵੱਡੀ ਬਾਲਟੀ ਲੈ ਕੇ ਲੋਕਾਂ ਦੇ ਘਰ ਘਰ ਜਾ ਕੇ ਸੁਆਹ ਇਕੱਠੀ ਕਰਨ ਲੱਗੇ। ਆਂਢ ਗੁਆਂਢ ਦੀਆਂ ਬੀਬੀਆਂ ਕਹਿਣ ਲੱਗੀਆਂ, ਲక్ష్ਮੀ ਦੇਵੀ, ਆਟਾ ਤੇ ਮੰਗਦਿਆਂ ਸੁਣਿਆ ਹੈ, ਪਰ ਤੂੰ ਸੁਆਹ ਮੰਗ ਰਹੀ ਹੈ। ਮੇਰੀ ਮਾਤਾ ਜੀ ਨੇ ਕਿਹਾ, ਭੈਣੋ, ਸਾਡੇ ਘਰ ਸਾਧੂ ਆਏ ਹੋਏ ਹਨ, ਉਹਨਾਂ ਨੂੰ ਸੁਆਹ ਚਾਹੀਦੀ ਹੈ। ਜਦੋਂ ਬਾਲਟੀ ਭਰ ਗਈ ਤੇ ਮੈਂ ਬਾਬਾ ਜੀ ਦੇ ਕੋਲ ਲੈ ਗਿਆ। ਸਾਧੂ ਦੇ ਚੇਲਿਆਂ ਨੇ ਲੜਕੇ ਨੂੰ ਥੱਲੇ ਬਿਠਾ ਕੇ ਸਿਰ ਵਿੱਚ ਸੁਆਹ ਮਲਣੀ ਸ਼ੁਰੂ ਕਰ ਦਿੱਤੀ। ਸੁਆਹ ਮਲਣ ਨਾਲ ਵਾਲਾਂ ਦੀਆਂ ਜੜ੍ਹਾਂ ਕਮਜ਼ੋਰ ਹੋ ਜਾਂਦੀਆਂ ਹਨ ਤੇ ਵਾਲ ਪੁੱਟਣੇ ਸੌਖੇ ਹੋ ਜਾਂਦੇ ਹਨ। ਖੂਨ ਘੱਟ ਨਿਕਲਦਾ ਹੈ। ਜਦੋਂ ਖੂਨ ਨਿਕਲਦਾ ਸੀ ਉਹ ਉਸ ਉੱਤੇ ਸੁਆਹ ਪਾ ਦਿੰਦੇ ਸਨ। ਵਾਲ ਪੁੱਟਦੇ ਪੁੱਟਦੇ ਉਹ ਵਿਚਾਰਾ ਬੇਹੋਸ਼ ਹੋ ਗਿਆ। ਬਾਬਾ ਜੀ ਨੇ ਮੈਨੂੰ ਕਿਹਾ, ਜਾ ਰਾਮ ਦੁੱਧ ਲੈ ਕੇ ਆ। ਮੈਂ ਰਸੋਈ ਵਿੱਚ ਗਿਆ ਤਾਂ ਦੇਖਿਆ ਮਾਤਾ ਜੀ ਨੇ ਜਾਗ ਲਾਉਣ ਵਾਸਤੇ ਦੁੱਧ ਗਰਮ ਕੀਤਾ ਸੀ। ਮੈਂ ਉਸ ਵਿੱਚੋਂ ਦੁੱਧ ਲੈ ਗਿਆ। ਦੁੱਧ ਪੀਣ ਤੋਂ ਬਾਅਦ ਉਸ ਨੂੰ ਹੋਸ਼ ਆਈ ਤਾਂ ਬੋਲਿਆ, ਅਗਰ ਮੈਨੂੰ ਪਤਾ ਹੁੰਦਾ ਜੈਨੀ ਸਾਧੂ ਬਣਨਾ ਇੰਨਾ ਕਠਿਨ ਹੈ ਤਾਂ ਮੈਂ ਕਦੇ ਵੀ ਨਾ ਕਹਿੰਦਾ। ਬਾਬਾ ਜੀ ਨੇ ਕਿਹਾ, 84 ਲੱਖ ਜੂਨ ਤੋਂ ਛੁਟਕਾਰਾ ਪਾਉਣ ਵਾਸਤੇ ਥੋੜਾ ਜਿਹਾ ਦੁੱਖ ਤਾਂ ਝੱਲਣਾ ਹੀ ਪੈਂਦਾ ਹੈ। ਦੂਸਰੇ ਦਿਨ ਉਸ ਨੂੰ ਇਸ਼ਨਾਨ ਕਰਵਾ ਕੇ ਬਾਬਾ ਜੀ ਨੇ ਉਸ ਦੇ ਮੂੰਹ ਤੇ ਪੱਟੀ ਬੰਨ੍ਹ ਦਿੱਤੀ ਤੇ ਕਿਹਾ, ਤੇਰੇ ਮਾਂ-ਬਾਪ ਧੰਨ ਹਨ, ਤੂੰ ਜੈਨ ਧਰਮ ਕਬੂਲ ਕੀਤਾ ਹੈ। ਧਰਮਰਾਜ ਇਹ ਦੇਖ ਕੇ ਬਹੁਤ ਪ੍ਰਸੰਨ ਹੋਵੇਗਾ ਕਿ ਤੂੰ ਬਹੁਤ ਪੁੰਨ ਖੱਟ ਕੇ ਆਇਆ ਹੈ। ਪੱਟੀ ਬੰਨਣ ਨਾਲ ਤੇਰੇ ਮੂੰਹ ਵਿੱਚ ਕੀੜਾ ਮਕੌੜਾ ਨਹੀਂ ਗਿਆ ਤੇ ਤੂੰ ਕੋਈ ਪਾਪ ਨਹੀਂ ਕੀਤਾ। ਤੇਰੀ ਪੱਟੀ ਦੇਖ ਕੇ ਸਿੱਧਾ ਸਵਰਗ ਵਿੱਚ ਪਹੁੰਚਾ ਦੇਵੇਗਾ। ਇਹ ਜੈਨ ਧਰਮ ਅਨੁਸਾਰ ਨਿਰਵਾਣ ਪ੍ਰਾਪਤ ਕਰਨਾ ਤੇ ਪ੍ਰਮਾਤਮਾ ਦੇ ਦਰ ਤੇ ਕਬੂਲ ਹੋਣ ਦਾ ਧਰਮ ਕਰਮ ਹੈ। ਪਰ ਦਾਸ ਆਪਣੇ ਆਪ ਨੂੰ ਭਾਗਾਂ ਵਾਲਾ ਸਮਝਦਾ ਹੈ ਕਿ ਪ੍ਰਮਾਤਮਾ ਨੇ ਇਸ ਤਰ੍ਹਾਂ ਦੇ ਕੌਤਕ ਵਰਤਾ ਕੇ ਦਾਸ ਨੂੰ ਕਰਮ ਕਾਂਡ ਦੇ ਪਖੰਡਾਂ ਦਾ ਖੋਖਲਾਪਨ ਪ੍ਰਗਟ ਕੀਤਾ। ਪਿੰਡ ਵਿੱਚ ਕੋਈ ਵੀ ਸਾਧੂ ਮਹਾਤਮਾ ਆਉਂਦਾ ਤਾਂ ਪਿੰਡ ਵਾਲੇ ਸਾਡੇ ਘਰ ਲੈ ਆਉਂਦੇ। ਹਰੇਕ ਆਏ ਗਏ ਮਹਾਤਮਾ ਦੀ ਸੇਵਾ ਕੀਤੀ ਜਾਂਦੀ। ਇੱਕ ਹੋਰ ਸਾਧੂ ਆਇਆ, ਉਸ ਦਾ ਪ੍ਰਣ ਸੀ ਸਾਰੀ ਉਮਰ ਖੜਾ ਰਹਿਣਾ। ਇਹ ਵੀ ਹਿੰਦੂ ਧਰਮ ਵਿੱਚ ਪ੍ਰਮਾਤਮਾ ਨੂੰ ਮਿਲਣ ਦਾ ਸਾਧਨ ਹੈ। ਇਹ ਵੀ ਇੱਕ ਤਕੜਾ ਹੱਠ ਹੈ। ਇਹ ਸਾਧੂ 12 ਸਾਲ ਤੋਂ ਖੜੇ ਹੋ ਕੇ ਤਪੱਸਿਆ ਕਰ ਰਿਹਾ ਸੀ। ਆਮ ਜਿਗਿਆਸੂਆਂ ਲਈ ਇਹ ਬਹੁਤ ਕਠਿਨ ਹੈ। ਇੱਕ ਹੋਰ ਸਾਧੂ ਆਇਆ, ਇਹ ਤਿਲਕਧਾਰੀ ਤੇ ਇੰਦਰ ਦੇਵਤਾ ਦੀ ਨਕਲ ਕਰ ਰਿਹਾ ਸੀ। ਮਾਤਾ ਜੀ ਨੇ ਮੈਨੂੰ ਕਿਹਾ, ਬਾਬਾ ਜੀ ਨੂੰ ਕਹੋ ਭੋਜਨ ਤਿਆਰ ਹੈ, ਛਕ ਲਓ। ਜਦੋਂ ਮੈਂ ਸੱਦਣ ਗਿਆ, ਬਾਬਾ ਜੀ ਉਸ ਵੇਲੇ ਤਿਲਕ ਲਗਾਉਣ ਵਾਸਤੇ ਚੰਦਨ ਰਗੜ ਰਹੇ ਸਨ। ਉਹਨਾਂ ਨੂੰ ਅੱਧਾ ਘੰਟਾ ਲੱਗ ਗਿਆ ਤੇ ਇੱਕ ਵਾਰੀ ਵੀ ਰਾਮ ਦਾ ਨਾਮ ਨਹੀਂ ਲਿਆ। ਉਹਨਾਂ ਨੇ ਕਿਹਾ, ਮੇਰਾ ਨਿਯਮ ਹੈ, ਮੈਂ ਪਹਿਲਾਂ ਤਿਲਕ ਲਗਾਉਂਦਾ ਹਾਂ, ਫਿਰ ਭੋਜਨ ਪਾਨ ਕਰਦਾ ਹਾਂ। ਮੈਂ ਪੁੱਛਿਆ, ਬਾਬਾ ਜੀ ਤੁਸੀਂ ਤਿਲਕ ਕਿਉਂ ਲਗਾਉਂਦੇ ਹੋ? ਮੈਨੂੰ ਗੁੱਸੇ ਵਿੱਚ ਕਹਿਣ ਲੱਗਾ, ਤੂੰ ਅਜੇ ਬੱਚਾ ਹੈ, ਪੁੱਛ ਕੇ ਕੀ ਲੈਣਾ ਹੈ? ਮੈਂ ਕਿਹਾ, ਇੱਕ ਦਿਨ ਮੈਂ ਵੀ ਤਿਲਕ ਲਗਾਵਾਂਗਾ। ਫਿਰ ਉਸਨੇ ਦੱਸਿਆ ਕਿ ਤਿਲਕ ਲਗਾਉਣ ਨਾਲ ਧਰਮਰਾਜ ਬਹੁਤ ਸਤਿਕਾਰ ਕਰਦਾ ਹੈ, ਸਿੱਧਾ ਸਵਰਗ ਵਿੱਚ ਭੇਜ ਦਿੰਦਾ ਹੈ। ਇਹ ਤਿਲਕ ਲਗਾ ਕੇ ਪਰਮਾਤਮਾ ਦੇ ਦਰ ਤੇ ਕਬੂਲ ਹੋਣਾ ਬੜਾ ਆਸਾਨ ਲੱਗਾ। ਪਰ ਮਨ ਵਿੱਚ ਖਿਆਲ ਆਇਆ ਕਿ ਇਸ ਤਰ੍ਹਾਂ ਤਾਂ ਸਾਰੇ ਲੋਕ ਤਿਲਕ ਲਗਾ ਕੇ ਸਵਰਗਾਂ ਨੂੰ ਜਾ ਸਕਦੇ ਹਨ, ਭਗਤੀ ਕਰਨ ਦੀ ਕੀ ਲੋੜ ਹੈ? ਇੱਥੇ ਦਾਸ ਨੂੰ ਸ਼ੱਕ ਹੋਈ ਕਿ ਇਹ ਤਾਂ ਨਿਰਾ ਵਹਿਮ ਹੀ ਹੈ। ਇਸ ਨਾਲੋਂ ਤਾਂ ਜਦੋਂ ਦਾਸ ਨੇ ਛੋਟੇ ਹੁੰਦੇ ਘਰੋਂ ਜਾ ਕੇ ਜੰਗਲ ਵਿੱਚ ਰਾਤ ਰਹਿ ਕੇ ਹਰੇ ਰਾਮਾ ਕਰਕੇ ਆਨੰਦ ਮਾਣਿਆ ਸੀ, ਉਹ 1000 ਦਰਜੇ ਵੱਧ ਪ੍ਰਮਾਤਮਾ ਦੇ ਨੇੜੇ ਲੱਗਿਆ ਸੀ। ਦਾਸ ਦੀ ਕੋਸ਼ਿਸ਼ ਤੇ ਭਾਲ ਨੇ ਆਖਰ ਦਾਸ ਨੂੰ ਗੁਰਬਾਣੀ ਰਾਹੀਂ ਸਪਸ਼ਟ ਕਰ ਦਿੱਤਾ ਕਿ ਨਾਮ ਜਪਣ ਤੋਂ ਬਿਨਾਂ ਦਰਗਾਹ ਵਿੱਚ ਜਗ੍ਹਾ ਨਹੀਂ ਮਿਲਣੀ, ਨਾਮ ਜਪ ਕੇ ਹੀ ਮੁਕਤੀ ਮਿਲਣੀ ਹੈ। ਕਹੋ ਨਾਨਕ ਇਹੋ ਤਤ ਵਿਚਾਰਾ, ਬਿਨ ਹਰ ਭਜਨ ਨਾਹੀ ਛੁਟਕਾਰਾ। ਗੌੜੀ ਮਹੱਲਾ ਪੰਜਵਾਂ, ਪੰਨਾ ਨੰਬਰ 188। ਇਸ ਤਰ੍ਹਾਂ ਇੱਕ ਦਿਨ ਲਛਮਣ ਦਾਸ ਨਾਮ ਦਾ ਸਾਧੂ ਆਇਆ, ਜੋ ਕਿ ਆਪਣੇ ਸਵਾਸ 10ਵੇਂ ਦੁਆਰ ਚੜਾ ਲੈਂਦੇ ਅਤੇ ਉਪਦੇਸ਼ ਦਿੰਦੇ ਸਨ ਕਿ ਇਹ ਪ੍ਰਮਾਤਮਾ ਨੂੰ ਮਿਲਣ ਦੀ ਪਹਿਲੀ ਮੰਜ਼ਿਲ ਹੈ। ਮੈਨੂੰ ਇਹ ਅਭਿਆਸ ਕਰਨ ਲਈ 30 ਸਾਲ ਲੱਗ ਗਏ। ਦਾਸ ਸੋਚਣ ਲੱਗਾ, ਮੈਨੂੰ ਕੋਈ ਐਸਾ ਮਹਾਪੁਰਸ਼ ਮਿਲੇ ਜੋ ਪ੍ਰਮਾਤਮਾ ਨੂੰ ਮਿਲਣ ਦਾ ਸਹੀ ਰਸਤਾ ਦੱਸੇ। ਹਰੇਕ ਸਾਧੂ ਅਲੱਗ-ਅਲੱਗ ਰਸਤਾ ਦੱਸਦੇ ਹਨ। ਸਾਰੇ ਸਾਧੂਆਂ ਦੇ ਬਚਨਾਂ ਅਨੁਸਾਰ ਮੈਨੂੰ ਲੱਗਿਆ ਜਿਸ ਸਾਧੂ ਨੇ ਹਰੇ ਰਾਮਾ ਦਾ ਸਿਮਰਨ ਕਰਾਇਆ, ਉਹ ਮਾਰਗ ਪ੍ਰਮਾਤਮਾ ਨੂੰ ਮਿਲਣ ਦਾ ਸਹੀ ਮਾਰਗ ਹੈ। ਬ੍ਰਹਮਚਾਰੀ
ਮੁਕਤੀ ਦਾ ਸਾਧਨ। ਇੱਕ ਵਾਰੀ ਦੋ ਬ੍ਰਹਮਚਾਰੀ ਸਾਧੂ ਆਏ। ਉਹ ਉਪਦੇਸ਼ ਕਰਦੇ ਸਨ ਕਿ ਜੇ ਸੰਸਾਰ ਤੋਂ ਮੁਕਤ ਹੋਣਾ ਹੈ ਤਾਂ ਬ੍ਰਹਮਚਾਰੀ ਹੋਣਾ ਬਹੁਤ ਜ਼ਰੂਰੀ ਹੈ। ਗ੍ਰਸਥ ਜੀਵਨ ਵਿੱਚ ਰਹਿ ਕੇ ਮੁਕਤ ਨਹੀਂ ਹੋ ਸਕਦੇ। ਉਹਨਾਂ ਦੱਸਿਆ, ਬ੍ਰਹਮਚਾਰੀ ਹੋਣ ਦੇ 3 ਤਰੀਕੇ ਹਨ। ਪਹਿਲਾ, ਜੰਗਲ ਵਿੱਚ ਜਾ ਕੇ ਪੁੱਠੇ ਲਟਕ ਜਾਂਦੇ ਤੇ ਇੰਦਰੀ ਨੂੰ ਕੁੱਟ ਕੇ ਬੰਨ੍ਹ ਦਿੰਦੇ ਸਨ ਤਾਂ ਕਿ ਇੰਦਰੀ ਕਾਮ ਵਾਸ਼ਨਾ ਦੇ ਕਾਬਲ ਨਾ ਰਹੇ। ਦੂਸਰਾ, ਚਰਸ ਪੀਣ ਨਾਲ ਵੀ ਬੰਦਾ ਗ੍ਰਸਥ ਦੇ ਕਾਬਲ ਨਹੀਂ ਰਹਿੰਦਾ। ਤੀਸਰਾ, ਧਨੀਆ ਤੇ ਖਸਖਸ ਰਾਤ ਨੂੰ ਭਿਉਂ ਕੇ ਰਗੜ ਕੇ ਪੀਣ ਨਾਲ ਵੀ ਬੰਦਾ ਗ੍ਰਸਥ ਦੇ ਕਾਬਲ ਨਹੀਂ ਰਹਿੰਦਾ। ਮੈਂ ਸੋਚਿਆ, ਇਹ ਵੀ ਮੁਕਤੀ ਦਾ ਸਾਧਨ ਨਹੀਂ ਹੈ। ਦਾਸ ਦੇ ਨਿੱਕੇ ਜਿਹੇ ਮਨ ਵਿੱਚ ਫੁਰਨਾ ਫੁਰਿਆ ਕਿ ਹੋ ਸਕਦਾ ਹੈ ਇਸ ਤਰ੍ਹਾਂ ਬ੍ਰਹਮਚਾਰੀ ਰਹਿ ਕੇ ਮੁਕਤੀ ਮਿਲ ਸਕੇ। ਪਰ ਜੇ ਸਾਰੇ ਇਸ ਤਰ੍ਹਾਂ ਸੋਚਣ ਲੱਗ ਪੈਣ ਤਾਂ ਦੁਨੀਆ ਹੀ ਖਤਮ ਹੋ ਜਾਵੇਗੀ, ਕਿਉਂਕਿ ਅੱਗੇ ਕੋਈ ਵਾਧਾ ਨਹੀਂ ਹੋਵੇਗਾ। ਇਸ ਢੰਗ ਨਾਲ ਪਰਮਾਤਮਾ ਦੀ ਦੁਨਿਆਵੀ ਖੇਡ ਨੂੰ ਖਤਮ ਕਰਨਾ ਬਹੁਤ ਵੱਡਾ ਪਾਪ ਹੋਵੇਗਾ। ਦਾਸ ਨੂੰ ਇਸ ਤੋਂ ਸੰਤੁਸ਼ਟੀ ਨਹੀਂ ਮਿਲੀ। ਗੁਰਬਾਣੀ ਨੇ ਇਹ ਸਪਸ਼ਟ ਕਰ ਦਿੱਤਾ ਹੈ ਕਿ ਬ੍ਰਹਮਚਾਰੀ ਰਹਿਣ ਦੇ ਸਾਰੇ ਇਹ ਢੰਗ ਵਰਤ ਕੇ ਵੀ ਬੰਦੇ ਦੇ ਮਨ ਵਿੱਚ ਕਾਮ ਵਾਸ਼ਨਾ ਖਤਮ ਨਹੀਂ ਹੁੰਦੀ। ਜਿਵੇਂ ਪਾਪੀ ਹੀਐ ਮੈਂ ਕਾਮ ਬਸਾਏ, ਮਨ ਚੰਚਲ ਯਾ ਤੇ ਗਇਓ ਨ ਜਾਏ। ਰਹਾਓ जोगी जंगम अरस न्यास, सभी पर डारी ए फास। जेह जे हर को नाम समार, ते पावो सागर उतरे पार। जन नानक हर की सरनाए, ਦੀਜੈ ਨਾਮ ਰਹਿ ਗੁਣ ਗਾਏ। ਬਸੰਤ ਮਹੱਲਾ 9ਵਾਂ, ਪੰਨਾ ਨੰਬਰ 1186। ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਬਚਨ ਹਨ ਕਿ ਨਾਮ ਤੋਂ ਬਗੈਰ ਕਾਮ ਵਾਸ਼ਨਾ ਖਤਮ ਨਹੀਂ ਹੋ ਸਕਦੀ।